ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਤੇ ਰੁਖ ਕਰਦੇ ਹਾਂ ਅਗਲੀ ਖਬਰ ਦਾ। ਸੂਬੇ ਭਰ ਦੇ ਵਿੱਚ ਹਰਿਆਲੀ ਅਧੀਨ ਖੇਤਰ ਨੂੰ ਹੋਰ ਵਧਾਉਣ ਲਈ ਸੋਸ਼ਲ ਫਾਰਮੋਸੈਟ ਦੀਆਂ ਮਹੱਤਵਪੂਰਨ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਅੱਜ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਕਾਰਜ ਨੂੰ ਖਾਸ ਕਰਕੇ ਆਗਾਮੀ ਮਾਨਸੂਨ ਸੀਜ਼ਨ ਦੇ ਦੌਰਾਨ ਇਸ ਨੂੰ ਇੱਕ ਮਿਸ਼ਨ ਦੇ ਰੂਪ ਦੇ ਵਿੱਚ ਅਮਲ 'ਚ ਲਿਆਂਦਾ ਜਾਵੇ। ਵਿਭਾਗ ਦੇ ਕੰਮਾਂ ਅਤੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਸੰਬੰਧੀ ਕਾਰਜ ਯੋਜਨਾ ਦੀ ਸਮੀਖਿਆ ਕਰਦਾ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਾਡੇ ਸਮੁੱਚੇ ਵਾਤਾਵਰਨ ਨੂੰ ਪਤੀਲ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਸਮਾਜਿਕ, ਆਰਥਿਕ ਅਤੇ ਵਾਤਾਵਰਨ ਸੰਬੰਧੀ ਸਮੱਸਿਆਵਾਂ ਨੂੰ ਸੰਤੁਲਨ ਕਰਨ ਦੇ ਨਾਲ ਆਪਸ ਦੇ ਵਿੱਚ ਵੀ ਤਾਲਮੇਲ ਕਾਇਮ ਹੋਵੇਗਾ। एनसीपी नेता नवाब मलिक ने कई मुद्दों पर अपनी प्रतिक्रिया देते हुए कहा कि OBC राखवेकरण नूं सरकार लागू करे। इस दे नाल ही उन्होंने कहा कि OBC का जिहड़ा भी हक है वो उसनूं मिलना चाहिए है। अध्यक्ष और मनसे अध्यक्ष के बीच में बैठक होने वाली है। सभी राजनीतिक दलों के नेताओं के मिलने पे किसी को आपत्ति नहीं होनी चाहिए, लेकिन जिस तरह से बयान आ रहे हैं कि हम समझौता करना चाहते हैं, क्या मनसे बीजेपी के साथ समझौता करना चाहती है या बीजेपी मनसे के साथ करना चाहती है? ये उनका अधिकार है, लेकिन जिस तरह से बयान भारतीय जनता पार्टी के भीतर से आ रहे हैं, चंद्रकांत पाटिल जी अलग कहते हैं, देवेंद्र जी अलग कहते हैं, कोई नेता अलग बयान देता है, हमें लगता है कि किसी भी दलों का गठबंधन ये उनका अधिकार है। लोकल ट्रेन को लेके भारतीय जनता पार्टी आंदोलन कर रही है। पहले तारीख दे के भूल गई थी, हमने याद दिलाया तो अब वो आंदोलन पे उतारू है। हमें लगता है कि जो भी लोकल ट्रेन में एसेंशियल सर्विसेज के लोग हैं उन्हें सफ़र करने की इजाज़त है। आम यात्रियों के लिए निर्बंध है कायम। कारण ये है कि कोविड के प्रसार को रोकने के लिए इस तरह के कदम उठाए गए। जैसे जैसे परिस्थिति नियंत्रित होगी ढील दी जा रही है। महाराष्ट्र में बड़े पैमाने पे लगभग 25 जिलों में बहुत सारी रियायत दी गई। इस मामले में भी मुख्यमंत्री जी ने कहा है कि विचार करके निर्णय लिया जाएगा। पेगासस का मामला सुप्रीम कोर्ट में पहुंचा है। एडिटर गिल्स हो, एन राम जी हो और पत्रकार हो, उन्होंने याचिका दायर की है। कल पहली सुनवाई पे ये कहा गया कि मामला गंभीर है और ये भी पूछा गया है कि FIR क्यों नहीं दर्ज किए गए। निश्चित रूप से लोग उसका जवाब देंगे। हमें लगता है कि न्यायालय अपना काम कर रहा है, उसे करने देना चाहिए, लेकिन जब पूरी दुनिया में इसको लेके जांच बैठी है, फ्रांस के राष्ट्रपति की जासूसी हो रही थी, जांच हो रही है, इजराइल ने स्वयं जांच बैठा दी है, तो हमें लगता है सरकार न्यायालय का इंतजार। ਤਰਨਤਾਰਨ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਸਮਾਜ ਵਿਰੋਧੀਆਂ ਨੂੰ ਅਨਸਰਾਂ ਨੂੰ ਨੱਥ ਪਾਉਣ ਲਈ ਸਮਗਲਰਾਂ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਥਾਣਾ ਬਲਟੋਹਾ ਦੇ ਕਸਬਾ ਅਮਰਕੋਟ ਨੂੰ ਜਾ ਰਹੇ 2 ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ NDPC ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਹ ਬਲਟੋਏ ਥਾਣੇ 'ਚ ਰਿਕਵਰੀ ਹੋਈ ਆ ਜੀ। ਸਾਡੇ SHO ਸਾਹਿਬ ਨੇ ਸਰਦਾਰ ਨਰਿੰਦਰ ਸਿੰਘ, ਉਹਨਾਂ ਦੇ ਨਾਲ ASI ਕਮਲਜੀਤ ਸਿੰਘ ਸੀ। ਇਹਨਾਂ ਨੇ ਇਨਫੋਰਮੇਸ਼ਨ ਮਿਲੀ ਸੀ ਇਹਨਾਂ ਨੂੰ ਕਿ ਕੁਝ ਬੰਦੇ ਜਿਹੜੇ ਪਹਿਲਾਂ ਤੋਂ ਸਮਗਲਿੰਗ ਦੇ ਵਿੱਚ, ਡਰੱਗਸ ਦੇ ਵਿੱਚ ਇਨਵੋਲਵਡ ਆ, ਉਹ ਰਿਪੀਟ ਕਰ ਰਹੇ ਆ ਫਿਰ ਦੁਬਾਰਾ ਬੇਲ ਆਊਟ ਹੋ ਕੇ। ਉਸੇ ਸਬੰਧ ਦੇ ਵਿੱਚ ਹੀ ਇਹਨਾਂ ਨੇ 2 ਬੰਦਿਆਂ ਨੂੰ ਐਪਰੀਹੈਂਡ ਕੀਤਾ, ਇੱਕ ਜਗੀਰ ਸਿੰਘ, ਇੱਕ ਪ੍ਰਗਟ ਸਿੰਘ। ਉਹਨਾਂ ਕੋਲੋਂ 1.5 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਸਰ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਦਰਜ ਹੈ ਜੀ? ਇੱਕ ਜਣੇ ਦੇ ਉੱਤੇ 6 ਮੁਕੱਦਮੇ ਦਰਜ ਆ ਜੀ। ਪ੍ਰਗਟ ਸਿੰਘ ਦੇ ਉੱਤੇ 1 ਮੁਕੱਦਮਾ। ਕਮਰਸ਼ੀਅਲ ਕੁਆਂਟੀਟੀ 'ਚ ਬੇਲ ਆਊਟ ਹੋਏ ਆ ਪਹਿਲਾਂ। ਤੇ ਜਿੱਥੋਂ ਇਹ ਲਿਆਉਂਦੇ ਸਰ ਜਾਂ ਜਿੱਥੇ ਵੇਚਦੇ ਉਹ ਰੈਕਟ ਦਾ ਕੋਈ ਪਤਾ ਲੱਗਾ? ਉਹ ਅਸੀਂ ਸਾਰਾ ਜੀ ਅਨਅਰਥ ਕਰਾਂਗੇ, ਜਿਹੜੇ ਇਹਨਾਂ ਦੇ ਫਾਰਵਰਡ ਬੈਕਵਰਡ। ਕਪੂਰਥਲਾ ਪੁਲਿਸ ਨੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀ ਗਿਰੋਹ ਦਾ ਪਰਦਾਫਾਸ਼ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਕਪੂਰਥਲਾ ਜਲੰਧਰ ਰੋਡ ਤੇ ਇੱਕ ਘਰ ਦੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ, ਜਿਸ ਵਿੱਚ ਪਿੰਕੀ ਨਾਮੀ ਔਰਤ ਅਮੀਰ ਵਿਅਕਤੀਆਂ ਨੂੰ ਲੜਕੀਆਂ ਸਪਲਾਈ ਕਰਦੀ ਸੀ। ਜਿਸ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਰੇਡ ਕਰਕੇ 7 ਔਰਤਾਂ ਸਮੇਤ 2 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ ਪਿੰਕੀ ਉੱਪਰ 15 ਸਾਲ ਪਹਿਲਾਂ ਵੀ ਜਿਸਮ ਫਰੋਸ਼ੀ ਦਾ ਮਾਮਲਾ ਦਰਜ ਹੈ,
ਪੁਲਿਸ ਨੇ ਆਰੋਪੀਆਂ ਖਿਲਾਫ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸਾਡੇ ਜਲੰਧਰ ਰੋਡ ਦੇ ਉੱਤੇ ਅਰਬਨ ਸਟੇਟ ਤੋਂ ਅੱਗੇ ਜਾ ਕੇ ਇੱਕ ਲੇਡੀ ਆ, ਉਹ ਦੇਹ ਵਪਾਰ ਦਾ ਧੰਦਾ ਉੱਥੇ ਕਰਾਉਂਦੀ ਆ, ਔਰ ਬਾਹਰੋਂ ਉਹਦੇ ਕੋਲ ਲੇਡੀਜ਼ ਆਉਂਦੀਆਂ ਨੇ ਉੱਥੇ ਵੱਖ-ਵੱਖ ਪਿੰਡਾਂ ਤੋਂ, ਤੇ ਗਾਹਕ ਆਉਂਦੇ ਨੇ ਉਹਦੇ ਕੋਲ ਉੱਥੇ ਦੇਹ ਵਪਾਰ ਦਾ ਧੰਦਾ ਚੱਲਦਾ ਆ। ਜਿਸ ਦੀ ਇਨਫੋਰਮੇਸ਼ਨ ਤੇ ਉੱਥੇ ਰੇਡ ਕੀਤਾ ਗਿਆ ਸੀ। ਸਾਡੇ ਇੰਸਪੈਕਟਰ ਗੁਰਦਿਆਲ ਸਿੰਘ SHO ਸਦਰ ਔਰ SHO ਸਿਟੀ ਸਾਡੇ ਰਣਜੀਤ ਸਿੰਘ ਇੰਸਪੈਕਟਰ ਹੋਰਾਂ ਨੇ ਪਾਰਟੀ ਨਾਲ ਰੇਡ ਕਰਕੇ ਉੱਥੋਂ 6 ਲੇਡੀਜ਼। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੀਨੀਅਰ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਬਠਿੰਡਾ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਵਿੱਤ ਮੰਤਰਾਲਾ ਛੱਡ ਦੇਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਕਰਮਚਾਰੀ, ਡਾਕਟਰ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਵਿੱਤ ਮੰਤਰੀ ਖਿਲਾਫ ਸੜਕਾਂ ਤੇ ਧਰਨੇ ਦੇ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਸੀ, ਪਰ ਸਰਕਾਰ ਦੇ 4.5 ਸਾਲ ਪੂਰੇ ਹੋਣ ਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਰਕਾਰ ਤੋਂ ਉਮੀਦ ਕਰਦੇ ਹਾਂ ਵੀ ਉਹ ਜਿਹੜੇ ਵਪਾਰ ਮੰਡਲ ਦੀਆਂ ਮੰਗਾਂ, ਬਿਜਲੀ ਦੀਆਂ ਮੰਗਾਂ ਹੋਣ, ਆਮ ਜਨਤਾ ਦੀ ਜਿਹੜੀ ਬਿਜਲੀ ਇੰਨੀ ਬਹੁਤ ਮਹਿੰਗੀ ਹੋ ਚੁੱਕੀ ਹੈ ਉਹਦੇ ਬਾਰੇ ਵਿਚਾਰ ਕਰਨ ਤੇ ਜਲਦੀ ਤੋਂ ਜਲਦੀ ਉਹ ਚੀਜ਼ਾਂ ਉਹਨਾਂ ਦੀਆਂ ਪੂਰੀਆਂ ਕਰਨ। ਬਿਜਲੀ ਬਹੁਤ ਮਹਿੰਗੀ ਹੈ ਜਿਹਦੇ ਕਰਕੇ ਹਰ ਵਰਗ ਨੂੰ ਥੱਲੇ ਤੱਕ ਬਹੁਤ ਜ਼ਿਆਦਾ ਨੁਕਸਾਨ ਚੱਕਣਾ ਪੈ ਰਿਹਾ, ਚਾਹੇ ਵਪਾਰੀ ਹੈ ਚਾਹੇ ਹੋਰ ਹੈ। ਦੂਸਰੀ ਕੱਲ ਦੀ ਜਿਹੜੀ ਉਹਨਾਂ ਦੀ ਮੀਟਿੰਗ ਹੈ, ਜੋ ਮੈਂ ਸਟੇਟਮੈਂਟਸ FM ਸਾਹਿਬ ਦੇ ਸੁਣੀ ਹੈ, ਮੈਨੂੰ ਇਹ ਲੱਗਦਾ ਵੀ FM ਸਾਹਿਬ ਬਹੁਤ ਵੱਡਾ ਟੀਕਾ ਉਡਾ ਰਹੇ ਨੇ ਮੁਲਾਜ਼ਮਾਂ ਤੇ ਸਰਕਾਰ ਦੇ ਵਿੱਚ। ਜੇ ਉਹ ਉਸ ਕਮੇਟੀ ਦੇ ਮੈਂਬਰ ਨਾ ਹੋਣ ਤਾਂ ਮੈਨੂੰ ਉਮੀਦ ਹੈ ਵੀ ਉਹ ਸ਼ਾਇਦ ਇਹਨਾਂ ਦੇ ਮਸਲੇ ਜਲਦੀ ਹੱਲ ਹੋ ਸਕਦੇ ਨੇ, ਕਿਉਂਕਿ ਉਹ ਕਿਤੇ ਨਾ ਕਿਤੇ ਆਪਦੀ ਕਲਮ ਨਾਲ ਘੁਮਾ ਕੇ ਚੀਜ਼ਾਂ ਉਹਨਾਂ ਨੂੰ ਦੱਸ ਰਹੇ ਨੇ। ਔਰ ਜੋ ਅਸੀਂ ਪਦ ਯਾਤਰਾ ਕੀਤੀ ਸੀ ਔਰ ਅਸੀਂ ਕੋਸ਼ਿਸ਼ ਕੀਤੀ ਸੀ, ਰੱਬ ਕੋਲ ਅਰਦਾਸ ਕੀਤੀ ਸੀ, ਉਹ ਲੱਗਦਾ ਵੀ ਥੋੜੀ ਉਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਮਨਪ੍ਰੀਤ ਬਾਦਲ ਸਾਹਿਬ ਨੂੰ ਤੇ ਸਰਕਾਰ ਨੂੰ ਵੀ ਹਾਂ ਕਿਤੇ ਨਾ ਕਿਤੇ ਸਾਡੇ ਤੋਂ ਗਲਤੀ ਹੋਈ ਹੈ। ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਸਟੇਟਮੈਂਟ ਦੇਣ ਤੋਂ ਸੋਚਣਾ ਚਾਹੀਦਾ ਵੀ ਹੁਣ ਵੀ ਉਹਨਾਂ ਦੀ ਸਰਕਾਰ ਹੈ। ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੀ ਸਰਕਾਰ ਹੈ, ਉਹਨਾਂ ਨੂੰ ਜੇ ਆਉਣ ਵਾਲੇ ਟਾਈਮ 'ਚ ਦੇ ਸਕਦੇ ਫਿਰ ਹੁਣ ਕਿਉਂ ਨਹੀਂ? ਕੋਈ ਇਹੋ ਜਿਹਾ ਕੋਈ ਨਵਾਂ, ਜਾਂ ਤਾਂ ਉਹ ਦੱਸਦੇ ਵੀ ਆਉਣ ਵਾਲੀ ਸਰਕਾਰ ਦੇ ਵਿੱਚ ਸਾਡੇ ਕੋਲ ਕੋਈ ਹੋਰ ਪੈਸਾ ਆ ਜਾਊਗਾ, ਜਾਂ ਕੋਈ ਕਾਂਗਰਸ ਪਾਰਟੀ ਸੈਂਟਰ ਤੋਂ ਭੇਜ ਦੂਗੀ, ਜਾਂ ਕੋਈ BJP ਸੈਂਟਰ ਤੋਂ ਲੈ ਆਉਣਗੇ ਤਾਂ ਅਲੱਗ ਗੱਲ ਹੈ। ਪਰ ਜੇ ਬੀਤੀ 29 ਮਈ ਦੀ ਰਾਤ ਨੂੰ ਮਾਨਸਾ ਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਤੇ ਚੋਰੀ ਹੋਈ ਸੀ, ਜਿਸ ਦੇ ਵਿੱਚ 70 ਮੋਬਾਈਲ ਫੋਨ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੀ, ਜਿਸ ਦੀ ਦੁਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਦੁਕਾਨ ਮਾਲਕ ਦੀ ਸ਼ਿਕਾਇਤ ਤੇ ਪੁਲਿਸ ਨੇ ਜਾਂਚ ਕੀਤੀ ਤਾਂ ਜਾਂਚ ਦੌਰਾਨ 4 ਵਿਅਕਤੀਆਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਅਤੇ ਜਿਨ੍ਹਾਂ ਵਿੱਚੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 5ਵੇਂ ਮਹੀਨੇ ਦੇ ਵਿੱਚ ਚੋਰੀ ਹੋਈ ਸੀ 29 ਮਈ ਨੂੰ। FIR ਨੰਬਰ 62 ਦਰਜ ਹੋਈ ਸੀ 457 380 IPC ਦੀ, ਜਿਹਦੇ ਵਿੱਚ ਇੱਕ ਦੁਕਾਨਦਾਰ ਦੇ ਮੋਬਾਈਲ ਫੋਨ ਜਿਹੜੇ ਹੈਗੇ ਉਹ ਰਾਤ ਨੂੰ ਚੋਰੀ ਕਰ ਲਏ ਗਏ ਸੀ ਪਾੜ ਲਾ ਕੇ। ਉਹਦੇ ਵਿੱਚ DSP ਮਾਨਸਾ ਤੇ SHO ਸਿਟੀ 1 ਮਾਨਸਾ, ਇਹਨਾਂ ਨੇ ਦੋਵਾਂ ਨੇ ਮਿਹਨਤ ਕਰਕੇ ਤੇ ਇਹਨਾਂ ਦੇ IO ਨੇ ਮਿਹਨਤ ਕਰਕੇ 4 ਜਿਹੜੇ ਵਿਅਕਤੀ ਆ ਉਹ ਨਾਮਜ਼ਦ ਕੀਤੇ। ਉਹਨਾਂ 4 ਵਿਅਕਤੀਆਂ ਚੋਂ ਜਿਹੜਾ ਹੈਗਾ ਜਿਨ੍ਹਾਂ ਨੇ 70 ਮੋਬਾਈਲ ਫੋਨ ਤੇ 10 ਈਅਰਫੋਨ 6 ਚਿੱਪਾਂ, ਇਹਨਾਂ ਨੇ ਜਿਹੜੀਆਂ ਸੀਗੀਆਂ ਇਲਜ਼ਾਮ ਸੀਗੇ ਕਿ ਇਹ ਉੱਥੋਂ ਗਏ ਨੇ। ਤੇ ਅਰਜੁਨ ਕੁਮਾਰ, ਗੁਰਪ੍ਰੀਤ ਸਿੰਘ, ਆਕਾਸ਼ਦੀਪ ਤੇ ਜਸਪ੍ਰੀਤ ਸਿੰਘ, ਇਹ 4 ਵਿਅਕਤੀ ਜਿਹੜੇ ਹੈਗੇ ਇਹਦੇ 'ਚ ਨਾਮਜ਼ਦ ਹੋਏ ਨੇ, ਜਿਨ੍ਹਾਂ 'ਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਰਜੁਨ ਕੁਮਾਰ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ। ਤੇ ਇਹਨਾਂ ਤੋਂ ਜਿਹੜਾ ਹੈਗਾ 32 ਮੋਬਾਈਲ ਫੋਨ, 2 ਈਅਰਫੋਨ, 6 ਚੀਪਾਂ ਇਹ ਬਰਾਮਦ ਕਰ ਲਈਆਂ ਗਈਆਂ। ਤਫਤੀਸ਼ 'ਚ ਇਹ ਸਾਹਮਣੇ ਆਇਆ ਕਿ ਇਹਨਾਂ 'ਚੋਂ 2 ਛੋਟੀ ਉਮਰ ਦੇ ਨੇ, ਜਿਹੜੇ ਦੁਨਿਆਵੀ ਗੱਲਾਂ ਤੋਂ ਥੋੜ੍ਹੇ ਇੰਪ੍ਰੈਸ ਹੋ ਕੇ ਨਵਾਂ ਵੀ ਜਲਦੀ ਅਮੀਰ ਬਣ ਜਾਈਏ, ਇਹਦੇ ਲਈ ਪੜ੍ਹਾਈ ਦੇ ਦੌਰਾਨ ਹੀ ਚੋਰੀਆਂ ਦੀ ਆਦਤ 'ਚ ਪੈ। ਮਾਨਸਾ ਜ਼ਿਲ੍ਹੇ ਦੇ ਪਿੰਡ ਗੁੰਬਦ ਹਰੀ ਦੇ ਵਿੱਚ ਤਕਰੀਬ 7 ਸਾਲ ਪਹਿਲਾਂ ਬਰਨਾਲੇ ਨਾਲ ਸੰਬੰਧਿਤ ਅਮਨਪ੍ਰੀਤ ਕੌਰ ਦਾ ਗੁਰਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਦੋਨਾਂ ਦੇ ਰਿਸ਼ਤੇ ਦੇ ਵਿੱਚ 5 ਸਾਲ ਦੀ ਧੀ ਵੀ ਹੈ। ਪਰ ਬੀਤੇ ਦਿਨੀ ਅਮਨਪ੍ਰੀਤ ਕੌਰ ਦੀ ਮੌਤ ਹੋ ਗਈ, ਜਿਸ ਤੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਆਰੋਪ ਲਗਾਇਆ ਹੈ ਕਿ ਉਹਨਾਂ ਨੇ ਉਹਨਾਂ ਦੀ ਧੀ ਦਾ ਕਤਲ ਕੀਤਾ ਹੈ। ਪਰ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਮਾਨਸਾ ਪੁਲਿਸ ਤੇ ਸ਼ਿਕਾਇਤ ਦਰਜ ਕਰਵਾਈ ਅਤੇ ਨਾਲ ਹੀ ਉਹਨਾਂ ਪੁਲਿਸ ਚੌਂਕੀ ਠੂਠਿਆਵਾਲੀ ਦੇ ਬਾਹਰ ਧਰਨਾ ਲਾ ਕੇ ਪੁਲਿਸ ਤੇ ਆਰੋਪ ਲਗਾਇਆ ਕਿ ਪੁਲਿਸ ਨੇ
ਬਣਦੀ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਸ਼ੀ ਸਹੁਰੇ ਪਰਿਵਾਰ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਮਰੀ ਹੋਈ ਲੜਕੀ ਨੂੰ ਇਨਸਾਫ ਦਿਵਾਇਆ ਜਾਵੇ। ਕੱਲ ਤਕਰੀਬਨ 11 ਕੁ ਵਜੇ ਸਾਡੇ ਪਿੰਡ ਦੀ ਕੁੜੀ ਵਿਆਹੀ ਹੈ ਬੁਰਜ ਹਰੀਕ ਹੈ ਜੀ। ਕੱਲ 11 ਕੁ ਵਜੇ ਦੀ ਘਟਨਾ ਹੈ। ਸਾਨੂੰ ਸੂਚਨਾ ਮਿਲਦੀ ਹੈ ਜੀ 2:30-3 ਵਜੇ, ਉਹ ਵੀ ਕਿਸੇ ਦੇ ਥਰੂ ਜੀ, ਸਾਨੂੰ ਫੋਨ ਨਹੀਂ ਕੀਤਾ ਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਗਈ। ਚਲੋ ਅਸੀਂ 3 ਕੁ ਵਜੇ ਤਕਰੀਬਨ ਇੱਥੇ ਪਹੁੰਚ ਗਏ ਜੀ। ਅਸੀਂ ਇੱਥੇ ਆ ਕੇ ਜਿਹੜੇ ਉੱਥੇ ਲੇਬਰ ਦੇ ਮੁੰਡੇ ਕੰਮ ਕਰਦੇ ਸੀ ਉਹ ਅਲੱਗ ਬਿਆਨ ਦੇ ਰਹੇ ਸੀ ਵੀ ਅਸੀਂ ਤਖਤਾ ਤੋੜ ਕੇ ਉਹ ਕਰਿਆ। ਉਹ ਤਾਂ ਕੋਈ ਤਖਤਾ ਨਹੀਂ ਟੁੱਟਿਆ ਹੋਇਆ ਜੀ, ਕੋਈ ਉੱਤੇ ਚੁੰਨੀ ਨਹੀਂ ਸੀ ਲਮਕਦੀ, ਕੋਈ ਉਹਦੇ ਇਹੋ ਜਿਹਾ ਕੋਈ ਨਿਸ਼ਾਨ ਨਹੀਂ ਜਿਹਦੇ ਨਾਲ ਫਾਹਾ ਲਿੱਤਾ ਹੋਵੇ। ਸਾਡਾ ਕਹਿਣ ਦਾ ਮਕਸਦ ਇਹ ਹੈ ਵੀ ਕੁੜੀ ਨੂੰ ਮਾਰਿਆ ਗਿਆ, ਉਹਦੇ ਕੱਪੜੇ ਪਾੜੇ ਗਏ ਨੇ, ਉਹਦੇ ਮੌਜੂਦ ਨੇ ਵੀ ਕੱਪੜੇ ਪਾੜੇ ਹੋਏ। ਬਿਲਕੁਲ ਇਹ ਬਿਲਕੁਲ ਕੁੜੀ ਦਾ ਕਤਲ ਕੀਤਾ ਗਿਆ। ਕਤਲ ਇਹਨਾਂ ਨੇ ਸ਼ਰੇਆਮ ਕੀਤਾ, ਪਰਿਵਾਰ ਨੇ ਕੀਤਾ, ਇਹਦੇ ਘਰ ਵਾਲੇ ਨੇ ਤੇ ਇਹਦੇ ਨਾਲ ਰਲ ਕੇ, ਇਹਦੀ ਦਾਦਾ ਸੱਸ ਹੈ ਕੁੜੀ ਦੀ ਅਤੇ ਮਾਂ ਇਹਦੀ, ਅਤੇ ਇਹਨਾਂ ਨੇ ਰਲ ਕੇ ਇਹਨਾਂ ਦਾ ਕਤਲ ਕੀਤਾ ਜੀ ਕੁੜੀ ਦਾ। ਅਸੀਂ ਮੰਗ ਤਾਂ ਇਹੀ ਕਰਦੇ ਹਾਂ ਵੀ 302 ਦਾ ਦੀ ਧਾਰਾ ਲੱਗੇ, ਇਹਦੇ ਪਰਚਾ ਕਰਕੇ ਦੋਸ਼ੀ ਨੂੰ ਅੰਦਰ ਕਰੋ ਅਤੇ ਸਾਡੀ ਕੁੜੀ ਨੂੰ ਇਨਸਾਫ ਮਿਲੇ। ਠੀਕ ਹੈ ਜੀ, ਉਹਦੇ ਜਿਹੜੇ ਮਾਂ ਪਿਓ ਨੇ ਬੱਚੇ ਤੜਫਦੇ ਆ ਪਿੱਛੇ, ਉਹਨਾਂ ਨੂੰ ਇਨਸਾਫ ਮਿਲੇ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਪਿੰਡ ਬੁਰਜ ਹਰੀ ਦੇ ਵਿੱਚ ਇੱਕ ਲੜਕੀ ਅਮਨਦੀਪ ਕੌਰ ਨਾਂ ਦੀ ਹੈਗੀ ਆ, ਅਤੇ ਉਹ ਬਦਰੇ ਪਿੰਡ ਤੋਂ ਇੱਥੇ ਮੈਰਿਡ ਸੀਗੀ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨਾਲ, ਅਤੇ ਉਹਨੇ ਫਾਹਾ ਲੈ ਕੇ ਸੁਸਾਈਡ ਕੀਤੀ ਹੈ। ਮੈਂ ਅਤੇ ਚੌਕੀ ਇੰਚਾਰਜ ਠੂਠਿਆਂ ਵਾਲੀ ਸਮੇਤ ਫੋਰਸ ਦੇ ਉੱਤੇ ਮੌਕੇ 'ਤੇ ਪਹੁੰਚਿਆ। ਸਾਰੀ ਮੌਕੇ ਦੀ ਇਨਵੈਸਟੀਗੇਸ਼ਨ ਜਿਹੜੀ ਵੈਰੀਫਾਈ ਕੀਤੀ ਹੈ, ਉਸ ਤੋਂ ਬਾਅਦ ਅਸੀਂ ਲੜਕੀ ਦੇ ਪਿਤਾ ਜਗਸੀਰ ਸਿੰਘ ਦੇ ਬਿਆਨ 'ਤੇ ਕੇਸ ਰਜਿਸਟਰ ਕੀਤਾ ਅੰਡਰ ਸੈਕਸ਼ਨ 306 ਦੇ ਤਹਿਤ। ਬਾਕੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਸਹੀ ਤੱਥ ਹੋਣਗੇ ਉਹਨਾਂ ਦੇ ਆਧਾਰ 'ਤੇ ਅਗਲੀ ਤਫਤੀਸ਼। ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੋ ਕੇ ਕਲਾ ਤੋਂ ਪਿੰਡ ਧਲੇਵਾਂ ਨੂੰ ਜਾਣ ਵਾਲੀ ਸੜਕ ਪੰਜਾਬ ਮੰਡੀ ਬੋਰਡ ਦੀ ਦੇਖਭਾਲ ਵਾਲੀ ਨੂੰ ਉਸਾਰੀ ਲਈ ਸੜਕ ਨੂੰ ਠੇਕੇਦਾਰ ਵੱਲੋਂ ਪੁੱਟ ਦਿੱਤਾ ਸੀ, ਪਰ ਠੇਕੇਦਾਰ ਵੱਲੋਂ ਸੜਕ ਪੁੱਟ ਕੇ ਉਸ ਦਾ ਕੰਮ ਸ਼ੁਰੂ ਨਾ ਕੀਤੇ ਜਾਣ ਕਾਰਨ ਕਾਫੀ ਲੰਬੇ ਸਮੇਂ ਤੋਂ ਉਸ ਦਾ ਕੰਮ ਲਟਕ ਰਿਹਾ ਹੈ। ਠੇਕੇਦਾਰ ਵੱਲੋਂ ਸੜਕ ਪੁੱਟਣ ਕਾਰਨ ਇਸ ਸੜਕ ਉੱਪਰ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ ਅਤੇ ਉੱਥੇ ਹੀ ਆਸ-ਪਾਸ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਜਦੋਂ ਇਸ ਸੰਬੰਧੀ ਠੇਕੇਦਾਰ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਇਸ ਸੜਕ ਦੇ ਉੱਪਰ ਮਿੱਟੀ ਨਹੀਂ ਪਵਾਈ ਜਾ ਰਹੀ, ਜਿਵੇਂ ਹੀ ਪੰਚਾਇਤ ਮਿੱਟੀ ਪਵਾ ਦੇਵੇਗੀ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਿਹੜੀ ਇਹ ਸੜਕ ਹੈ ਇਹ ਬੀਰੋ ਕੇ ਕਲਾਂ ਤੋਂ ਧਲੇਵਾਂ ਨੂੰ ਜਾਂਦੀ ਹੈ। ਅੱਗੇ ਵੈਸੇ ਜੇ ਆਪਾਂ ਰੂਟ ਦੇਖਿਆ ਜਾਵੇ ਇਹ ਬੁਢਲਾਡਾ ਬਰਨਾਲਾ ਰੂਟ ਹੈਗਾ ਜਿਹੜਾ ਲੋਕਲ ਪਿੰਡਾਂ ਵਿੱਚ ਦੀ ਹੋ ਕੇ ਜਾਂਦਾ, ਅਤੇ ਇਹ ਜਿਹੜੀ ਸੜਕ ਹੈਗੀ ਹੈ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ ਜੀ। ਅਤੇ ਇਹ ਤਕਰੀਬਨ 2 ਸਾਲ ਤੋਂ, ਪਿਛਲੇ 2 ਸਾਲਾਂ ਤੋਂ ਇੱਦਾਂ ਹੀ ਇਹ ਮਾਮਲਾ ਲਟਕਿਆ ਹੋਇਆ। ਪਹਿਲਾਂ ਤਾਂ ਰੋਡ ਦਾ ਕੁਛ ਹੈਗਾ ਸੀ ਵੀ ਜ਼ਮੀਨ ਕਿਸਾਨ ਦੀ ਨਾਲ ਵਾਲੇ ਕਿਸਾਨ ਦੀ ਥੋੜ੍ਹੀ ਨਿਕਲਦੀ ਸੀ, ਉਹ ਮਾਮਲਾ ਸੀ ਜਿਹੜਾ ਉਹ ਸੈਟਲ ਹੋ ਕੇ ਸਾਰਾ ਕੁਛ ਹੋ ਗਿਆ। ਨਿਸ਼ਾਨਦੇਹੀ ਮੰਡੀ ਬੋਰਡ ਵੱਲੋਂ ਕੀਤੀ ਗਈ ਹੈ ਅਤੇ ਕਿਸਾਨਾਂ ਨੇ ਜਿੱਧਰ ਬਣਦਾ ਸੀ ਉਹਨਾਂ ਨੇ ਆਪਣੀ ਜ਼ਮੀਨ ਛੱਡ ਕੇ ਮਤਲਬ ਕਿ ਮੰਡੀ ਬੋਰਡ ਨੂੰ ਸਪੁਰਦ ਕਰਦੀ ਸੀ ਕਿ ਸੜਕ ਬਣਾਈ ਜਾਵੇ, ਪਰ ਨਾ ਹੀ ਡਿਪਾਰਟਮੈਂਟ ਵੱਲੋਂ ਕੋਈ ਧਿਆਨ ਦਿੱਤਾ ਜਾਂਦਾ, ਨਾ ਹੀ ਠੇਕੇਦਾਰਾਂ ਵੱਲੋਂ, ਅਤੇ ਨਾ ਹੀ ਕੋਈ ਹੋਰ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਉਹਨਾਂ ਦੀ ਕੋਈ ਵਿਜ਼ਿਟ ਹੈ। ਮੇਨ ਜਿਹੜਾ ਹੈਗਾ ਸਭ ਤੋਂ ਵੱਡਾ ਦੁਖਾਂਤ ਸਾਡੇ ਪਿੰਡ ਦਾ ਦੋਨਾਂ ਦਾ, ਸਾਡੇ ਬੱਸਾਂ ਦਾ ਰੂਟ ਬੰਦ ਹੋ ਗਿਆ। ਉਹ ਬੱਸਾਂ ਸਿੱਧੀਆਂ ਭਿੱਖੀ ਤੋਂ ਬੁਢਲਾਡੇ ਜਾਂਦੀਆਂ ਬਾਇਆ ਬੋੜਾਵਾਲ ਹੋ ਕੇ, ਸਾਡਾ ਧਲੇਵਾਂ, ਬੀਰੋ ਕੇ ਕਲਾਂ, ਬੀਰੋ ਕੇ ਖੁਰਦ ਅਤੇ ਚੱਕ ਪਾਈ ਕੇ, ਇਹਨਾਂ ਅਸੀਂ ਬੱਸਾਂ ਦੇ ਰੂਟ ਤੋਂ ਵਾਂਝੇ ਹਾਂ ਜੀ। ਘੱਟੋ ਘੱਟ ਸਾਨੂੰ 3-4 ਸਾਲ ਹੋ ਗਏ ਦੇਖਦੇ ਜੀ। ਮਤਲਬ ਕਾਫੀ ਪਰੇਸ਼ਾਨੀਆਂ ਆ ਰਹੀਆਂ ਨੇ ਜਦੋਂ ਲੰਘਦੇ ਟੱਪਦੇ ਹਾਂ। ਤਕਰੀਬਨ ਮੰਨ ਲਓ ਤੁਸੀਂ ਕਿ ਇਹਨੂੰ ਪੂਰੇ 3-4 ਸਾਲ ਹੋ ਗਏ। ਜਦੋਂ ਵੀ ਆਉਣੇ ਜਾਂਦੇ ਤਾਂ ਜਾਂ ਤਾਂ ਸਾਨੂੰ ਬਗਲ ਕੇ ਆਉਣਾ ਪੈਂਦਾ, ਅਤੇ ਜਾਂ ਇੱਥੇ ਮਤਲਬ ਕਈ ਟਰਾਲੀਆਂ ਵੀ ਗੁੜ ਚੁੱਕੀਆਂ ਨੇ। ਪਹਿਲਾਂ ਸਾਨੂੰ ਕਾਫੀ ਪਰੇਸ਼ਾਨੀਆਂ ਆਈ ਸੀ ਸੜਕ ਦੇ ਪਿੱਛੇ ਹੀ। ਖੱਡੇ ਪੈ ਰਹੇ ਨੇ ਸਰ, ਕੋਈ ਸਿਸਟਮ ਹੀ ਨਹੀਂ ਹੈਗਾ ਜੀ। ਮਤਲਬ ਕਈ ਕੰਪਲੇਂਟਾਂ ਵੀ ਜਾ ਚੁੱਕੀਆਂ ਨੇ ਇਸ ਬਾਰੇ ਜੀ, ਅਤੇ ਮਤਲਬ ਕੋਈ ਉੱਤਾ ਬਾਤੇ ਨਹੀਂ ਹੈਗਾ ਜੀ, ਕੋਈ ਕਰ ਨਹੀਂ ਰਿਹਾ ਜੀ, ਕੋਈ ਸੁਣਵਾਈ ਹੋ ਨਹੀਂ ਰਹੀ ਜੀ। ਸਰ ਮੰਗ ਤਾਂ ਸਾਡੀ ਇਹੀ ਹੈ ਜੀ ਵੀ ਸਾਡੀ ਸੜਕ ਹੈ ਜੋ ਇਹ ਧੁਰ ਤੋਂ ਧਲੇਵਾਂ ਤੋਂ ਲੈ ਕੇ ਬੀਰੋ ਕੇ ਕਲਾਂ ਤੱਕ ਬਣਾਈ ਜਾਵੇ ਜੀ। ਉਹਦਾ ਡਿਲੇ ਹੈ। ਪਹਿਲੇ ਤਾਂ ਪਿੰਡ ਵਾਲੇ ਮਿੱਟੀ ਨਹੀਂ ਪਾਉਂਦੇ। ਅੱਛਾ, ਦੋਨੋਂ ਪਾਸੇ ਉਹਨਾਂ ਨੇ ਵੱਟਾਂ ਇੰਨੀ ਉੱਚੀ ਬਣਾ ਰੱਖਿਆ, ਜਿਹੜਾ ਕੋਈ ਪਾਣੀ ਆ ਪਿੱਛੋਂ ਡਲ ਕੇ ਆਉਂਦਾ ਸਾਰਾ ਪਾਣੀ ਉੱਥੇ 2-2 ਫੁੱਟ ਖੜ ਜਾਂਦਾ। ਜਿੰਨੀ ਚਿਰ ਉਹ ਵੱਟਾਂ ਨੇ ਡਾਉਂਦੀਆਂ ਮਿੱਟੀ ਨਹੀਂ ਪੈਂਦੀ। ਸਭ ਤੋਂ ਪਹਿਲੀ ਮੈਨੂੰ ਪ੍ਰੋਬਲਮ ਵੱਟਾਂ ਦੀ ਹੈ। ਵੱਟਾਂ ਉੱਥੇ ਡਹਿਣੀਆਂ ਚਾਹੀਦੀਆਂ, ਪਾਣੀ ਚਾਰੋਂ ਪਾਸੇ ਬਾਹਰ ਸਾਰੇ ਪਾਸੇ ਜਾਣਾ ਚਾਹੀਦਾ। ਜੇ ਅੱਜ ਸੜਕ ਅਸੀਂ ਨਵੀਂ ਵੀ ਬਣ ਜਾਂਦੀ ਹੈ, ਪਹਿਲੇ ਪਿੰਡ ਵਾਲੇ ਮਿੱਟੀ ਨਹੀਂ ਪਾਉਂਦੇ ਜੀ। ਜੇ ਮਿੱਟੀ ਪਾਵੇ ਸੜਕ ਅਸੀਂ ਬਣਾਤੀ, ਵੱਟੇ ਨਾਲ ਡਹੀਆਂ ਸੜਕ ਫਿਰ ਟੁੱਟ ਜਾਊਗੀ, 4 ਦਿਨ ਹੀ ਚੱਲਦੀ ਜੀ। ਫਿਲਹਾਲ ਵੇਲਾ ਹੋ ਚੁੱਕਿਆ ਇੱਕ ਬ੍ਰੇਕ ਦਾ, ਤੇ ਤੁਸੀਂ ਬਣੇ ਰਹੋ ANB ਨਿਊਜ਼ ਦੇ ਨਾਲ।
ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਤੇ ਰੁਖ ਕਰਦੇ ਹਾਂ ਅਗਲੀ ਖਬਰ ਦਾ। ਮੁਰਾਦਾਬਾਦ ਦੇ ਵਿੱਚ ਰੇਲਵੇ ਸਟੇਸ਼ਨ ਤੇ ਅੱਜ GRP ਅਤੇ RPF ਨੇ ਸਾਂਝੀ ਮੁਹਿੰਮ ਚਲਾਈ, ਜਿਸ ਦੇ ਵਿੱਚ ਸ਼ੱਕੀ ਲੋਕਾਂ ਦੀਆਂ ਵਸਤਾਂ ਦੀ ਚੈਕਿੰਗ ਕੀਤੀ ਗਈ। ਆਉਣ ਵਾਲੀ 15 ਅਗਸਤ ਦੇ ਮੱਦੇਨਜ਼ਰ ਪੁਲਿਸ ਦੁਆਰਾ ਇਹ ਅਭਿਆਨ ਸ਼ੁਰੂ ਕੀਤਾ ਗਿਆ, ਜਿਸ ਦੇ ਵਿੱਚ ਸਾਰੀਆਂ ਜਨਤਕ ਥਾਵਾਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਸਮੇਤ ਰੇਲਵੇ ਸਟੇਸ਼ਨਾਂ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰੀਆਂ ਟ੍ਰੇਨਾਂ ਦੇ ਵਿੱਚ ਪੁਲਿਸ ਦੁਆਰਾ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ 15 ਅਗਸਤ ਵਾਲੇ ਦਿਨ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। इसी तरह प्लेटफार्म पर आज चेकिंग की गई है और आगामी 15 अगस्त को दृष्टिगत रखते हुए सघन चेकिंग अभियान चलाया जा रहा है। निरंतर चलता रहेगा। पहले से भी काफ़ी सघन ਪਟਿਆਲਾ ਦੇ ਥਾਣਾ ਸਿਵਲ ਲਾਈਨ ਪੁਲਿਸ ਦੁਆਰਾ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਅੰਦਰੋਂ 12 ਪੇਟੀਆਂ ਹਰਿਆਣਾ ਮਾਰਕਾ ਦੀ ਸ਼ਰਾਬ ਬਰਾਮਦ ਹੋਈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਆਪਣੀ ਕਾਰ ਦੇ ਵਿੱਚ ਹਰਿਆਣਾ ਸ਼ਰਾਬ ਲੈ ਕੇ ਜਾ ਰਿਹਾ ਹੈ, ਜਿਸ ਦੀ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਗਈ ਤਾਂ ਉਹ 22 ਪੇਟੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਪੁਲਿਸ ਨੇ ਮੌਕੇ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਅਤੇ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨਾਲ ਹੋਰ ਕਿਹੜੇ ਵਿਅਕਤੀ ਸ਼ਾਮਲ ਨੇ ਤੇ ਸ਼ਰਾਬ ਕਿੱਥੋਂ ਲਿਆ ਕੇ ਕਿੱਥੇ ਸਪਲਾਈ ਕੀਤੀ ਜਾ ਰਹੀ ਹੈ। ਇਹ ਕੱਲ ਮਾਰਨਿੰਗ ਟਾਈਮ ਇੱਕ ਵਰਿੰਦਰ ਸ਼ਰਮਾ ਨਾਂ ਦਾ ਇਨੋਵਾ ਗੱਡੀ ਦੇ ਵਿੱਚ ਸਮਗਲਰ ਆ ਰਿਹਾ ਸੀ। ਸਾਨੂੰ ਇਨਫੋਰਮੇਸ਼ਨ ਮਿਲੀ ਸੀ PRTC ਵਰਕਸ਼ਾਪ ਕੋਲੋਂ ਲੰਘੂਗਾ, ਸੋ ਅਸੀਂ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀ, ਜਿਹਨੂੰ ਜੋ ਰਾਉਂਡ ਅਪ ਕੀਤਾ ਤਾਂ 22 ਪੇਟੀਆਂ ਇਹਦੇ ਕੋਲੋਂ ਫਸਟ ਚੋਇਸ ਹਰਿਆਣਾ ਮਾਰਕਾ ਬਰਾਮਦ ਹੋਈ ਹੈ, ਜਿਹੜੀਆਂ ਹਰਿਆਣੇ ਤੋਂ ਲਿਆ ਕੇ ਉਧਰ ਨਾਭਾ ਸਾਈਡ ਸਪਲਾਈ ਕਰਦੇ ਸੀ। ਤੇ ਅੱਗੇ ਜਿਹੜਾ ਜਿਹਨੂੰ ਇਹਨੇ ਸਪਲਾਈ ਕਰਨੀ ਸੀ ਉਹ ਦਲੱਦੀ ਗੇਟ ਦਾ ਰਹਿਣ ਵਾਲਾ, ਉਹ ਵੀ ਅਸੀਂ ਆਇਡੈਂਟੀਫਾਈ ਕੀਤਾ ਇਹਦੀ ਪੁੱਛਗਿੱਛ ਚੋਂ, ਉਹਨੂੰ ਵੀ ਜਲਦੀ ਰੈਸਟ। ਰੈਵੈਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਬਟਾਲਾ ਸਰਕਲ ਦੇ ਪਟਵਾਰੀਆਂ ਨੇ ਧਰਨਾ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਧਰਨੇ ਤੇ ਬੈਠੇ ਪਟਵਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ 3 ਤੋਂ 4,000 ਪਟਵਾਰੀਆਂ ਦੀ ਭਰਤੀ ਕਰੇ, ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਪਟਵਾਰੀਆਂ ਦੇ ਉੱਪਰ ਜੋ ਕੰਮ ਦਾ ਬੋਝ ਹੈ ਉਹ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿੰਨਾ ਸਮਾਂ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਉਨੇ ਦੇਰ ਹੜਤਾਲ ਕਰਦੇ ਰਹਿਣਗੇ। ਇਹ 22/6 ਤੋਂ ਸਾਡਾ ਧਰਨਾ ਜਿਹੜਾ ਲਗਾਤਾਰ ਚਾਲੂ ਆ। ਇਹ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਸਾਡਾ ਚੱਲ ਰਿਹਾ ਆ, ਕਿਉਂਕਿ ਸਾਡੀ ਮੁੱਖ ਮੰਗ ਆ ਕਿ ਜਿਵੇਂ ਸਰਕਾਰ ਕਹਿੰਦੀ ਆ ਕਿ ਬੇਰੁਜ਼ਗਾਰ ਜਿਹੜੇ ਨੌਜਵਾਨਾਂ ਨੂੰ ਅਸੀਂ ਮੌਕਾ ਦੇਣਾ ਹੈ, ਨੌਕਰੀ ਦੇਣੀ ਆ। ਸਾਡੇ ਮਹਿਕਮੇ ਦੇ ਵਿੱਚ 3000 ਪੋਸਟ ਜਿਹੜੀ ਭਰਨ ਵਾਲੀ ਆ ਤੇ ਆਪਣੇ ਗੁਰਦਾਸਪੁਰ ਜ਼ਿਲ੍ਹੇ 'ਚ 512 ਪਿੰਡ ਅਜਿਹੇ ਆ ਜਿੱਥੇ ਇਸ ਵੇਲੇ ਕੋਈ ਪਟਵਾਰੀ ਨਹੀਂ ਹੈਗਾ। ਸਾਰੇ ਪੰਜਾਬ ਦੇ ਵਿੱਚ 8088 ਪਿੰਡ ਆ ਜਿੱਥੇ ਇਸ ਵੇਲੇ ਬਿਨਾਂ ਪਟਵਾਰੀ ਤੋਂ ਕੰਮ ਚੱਲ ਰਿਹਾ ਆ। ਵਾਧੂ ਚਾਰਜ ਦਿੱਤੇ ਹੋਏ ਸੀਗੇ, ਜਿਹੜੇ ਸਮੂਹ ਪੰਜਾਬ ਦੇ ਪਟਵਾਰੀਆਂ ਨੇ ਇਹ ਸਰਕਲ ਜਿਹੜੇ ਵਾਧੂ ਸੀ ਉਹਨਾਂ ਦਾ ਕੰਮ ਬੰਦ ਕਰ ਦਿੱਤਾ ਹੋਇਆ ਆ, ਕਿਉਂਕਿ ਸਾਡੀ ਮੰਗ ਆ ਕਿ ਪਬਲਿਕ ਚੋਂ ਆਮ ਜਿਹੜੇ ਪੜ੍ਹੇ ਲਿਖੇ ਵਿਦਿਆਰਥੀ ਆ ਉਹ ਇਸ ਮਹਿਕਮੇ ਦੇ ਵਿੱਚ ਆਉਣ। ਕਿ ਜਿਹੜੀ ਹੜਤਾਲ ਕੀਤੀ ਗਈ, ਇਹ ਸਾਰੇ ਸਮੁੱਚੇ ਪੰਜਾਬ ਵਿੱਚ ਹੜਤਾਲ ਕੀਤੀ ਗਈ ਹੈ। ਸਾਡੀ ਹੜਤਾਲ ਵੀਰ ਤੇ ਸ਼ੁੱਕਰਵਾਰ 11 ਵਜੇ ਤੋਂ 2 ਵਜੇ ਤੱਕ ਇਹ ਧਰਨਾ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਸਾਡੀ ਮੁੱਖ ਮੰਗ ਵਾ ਨਵੀਂ ਭਰਤੀ। ਕਿਉਂ ਪੰਜਾਬ ਦੇ ਵਿੱਚ ਤਕਰੀਬਨ 4716 ਪੋਸਟਾਂ, ਜਿਹਦੇ ਵਿੱਚ 2800 ਪੋਸਟ ਖਾਲੀ ਹੈ ਔਰ ਅਸੀਂ ਮੰਗ ਕਰਦੇ ਹਾਂ ਵੀ ਘੱਟ ਤੋਂ ਘੱਟ 3000 ਪਟਵਾਰੀ ਭਰਤੀ ਕੀਤਾ ਜਾਵੇ, ਕਿਉਂਕਿ ਜਿਹੜਾ ਅੱਜ ਪਟਵਾਰੀ ਭਰਤੀ ਹੋਣਾ ਉਹਨੇ ਘੱਟ ਤੋਂ ਘੱਟ 2.5 ਸਾਲਾਂ ਬਾਅਦ ਇੱਥੇ ਆਣ ਕੇ ਲੱਗਣਾ ਵਾ ਔਰ 2.5 ਸਾਲਾਂ ਦੇ ਵਿੱਚ ਉਹ 500 ਤੋਂ 600 ਪੋਸਟ ਹੋਰ ਖਾਲੀ ਹੋ ਜਾਣੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਸਮੁੱਚੇ ਪੰਜਾਬ ਦਾ ਕੰਮ ਵਧੀਆ ਚੱਲੇ ਔਰ ਵਧੀਆ ਚੱਲਣਾ ਤੇ 3000 ਸਰਕਾਰ ਤੋਂ ਪਟਵਾਰੀ ਭਰਤੀ ਕਰਨ ਵਾਸਤੇ ਮੰਗ ਕਰਦੇ ਹਾਂ। ਹੋਰ ਜਿਹੜੀਆਂ ਪੇ ਕਮਿਸ਼ਨ ਦੀ ਤਰੁੱਟੀਆਂ ਵਾ ਉਹ ਸਾਡੀ ਗੱਲਬਾਤ ਸਾਰੀ ਆਪਣੇ ਤਾਲਮੇਲ ਕਮੇਟੀ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ, ਉਹ ਜਦੋਂ ਵੀ ਹੋਏਗਾ ਹੱਲ ਹੋਏਗਾ। ਪਰ ਜਿਹੜੀ ਮੇਨ ਮੰਗ ਆ ਨਾ ਉਹ ਸਾਡੀ ਇਹੀ ਆ ਵੀ ਜਿਹੜੇ ਪਟਵਾਰੀਆਂ ਦੀ ਭਰਤੀ ਆ ਉਹ ਜਲਦੀ ਕੀਤੀ ਜਾਵੇ, ਤਾਂ ਕਿ ਜਿਹੜਾ ਪੰਜਾਬ ਦਾ ਕੰਮ ਰੁਕਿਆ ਪਿਆ ਵਾ। ਅੱਜ ਸਾਡੇ ਜ਼ਿਲ੍ਹੇ ਦੇ ਵਿੱਚ 500 ਕੁਝ ਪਟਵਾਰੀ ਜਿਹੜੇ ਆ ਨਾ ਪਿੰਡ ਪਟਵਾਰੀ ਤੋਂ ਵਾਂਝੇ ਹੋਏ ਆ 500 ਕੁਝ। ਇਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਕਰ ਰਹੀ ਆ। ਬਠਿੰਡਾ ਦੇ ਅਮਰਪੁਰਾ ਬਸਤੀ ਦੇ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਪ੍ਰਵਾਸੀ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁਹੱਲਾ ਦੇ ਲੋਕਾਂ ਵੱਲੋਂ ਬਠਿੰਡਾ ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਔਰਤ ਦਾ ਕਹਿਣਾ ਹੈ ਕਿ ਉਹ ਸਵੇਰੇ ਉੱਠੇ ਹੀ ਸੀ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਦੇ ਕਾਰਨ ਉਹ ਅਤੇ ਉਹਨਾਂ ਦੇ ਪਤੀ ਮਲਬੇ ਹੇਠਾਂ ਦੱਬ ਗਏ।
ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਸੱਟਾਂ ਵੀ ਲੱਗੀਆਂ। ਇਸ ਸੰਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਜਦੋਂ ਮਰੀਜ਼ ਆਏ ਸਨ ਤਾਂ ਉਹ ਗੰਭੀਰ ਹਾਲਤ ਦੇ ਵਿੱਚ ਸਨ, ਪਰ ਹੁਣ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। सुबह 6:30 बजे की बात है, एक बैग ना छत का धमाका पड़ा। हम लोग चाय पी रहे थे बैठे, धमाका पड़ा तो हम लोग देखने आए क्या हुआ। जब तक ये दोनों पति पत्नी फंसे हुए थे तो मैं और मेरे गुआंढ वाला बंदा दोनों मिलके उसको बाहर निकाले, बचाव किए। उसके बाद बाकी सारी छत डिग गई है। कोई नुकसान तो सारा ही है जी, उनका सारा सामान खराब हो गया जी। बच्चों वगैरह के बच्चे बचाव हो गया, बंदे को चोट लगा और जनानी को चोट। बंदे को एक दो पेशेंट्स आए है अमरपुरा बस्ती चो ਜਿਹੜੇ ਕਿ ਜਿਨ੍ਹਾਂ ਦੇ ਘਰ ਦੀ ਛੱਤ ਡਿੱਗੀ ਹੈ। ਇੱਕ ਸੁਨੀਲ ਹੈ, ਇੱਕ ਉਹਦੀ ਵਾਈਫ ਹੈ ਸੁਮਨ। ਦੋਨੇ ਪੇਸ਼ੈਂਟਸ ਠੀਕ ਹੈ। ਸੁਨੀਲ ਦੇ ਥੋੜੇ ਜਿਹੇ ਹੈਡ ਇੰਜਰੀ ਵੀ ਹੈਗੀ ਹੈ। ਬਾਕੀ ਦੋਨੇ ਪੇਸ਼ੈਂਟਸ ਨੂੰ ਮਤਲਬ ਫਸਟ ਏਡ ਮਿਲ ਚੁੱਕੀ ਹੈ, ਐਕਸ-ਰੇਜ਼ ਵਗੈਰਾ ਹੋ ਚੁੱਕੇ ਹੈ ਜਿਹੜੇ ਕਿ ਨਾਰਮਲ ਆਏ ਹੈ ਤੇ ਪੇਸ਼ੈਂਟ ਸਾਡੇ ਕੋਲ ਮਤਲਬ ਸਟੇਬਲ। ਫਤਿਆਬਾਦ ਦੇ ਵਿੱਚ ਬੀਜੇਪੀ ਦੁਆਰਾ ਸ਼ਹਿਰ ਦੇ ਵਿੱਚ ਤਿਰੰਗਾ ਮਾਰਚ ਕੱਢਿਆ ਗਿਆ ਤੇ ਕਰੋਨਾ ਨਿਯਮਾਂ ਦੀ ਇਸ ਸਮੇਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਜ਼ਿਆਦਾਤਰ ਸਾਰੇ ਬੀਜੇਪੀ ਵਰਕਰ ਬਿਨਾਂ ਮਾਸਕ ਦੇ ਹੀ ਨਜ਼ਰ ਆਏ। ਫਤਿਆਬਾਦ ਦੀ ਅਨਾਜ ਮੰਡੀ ਤੋਂ ਲੈ ਕੇ ਸ਼ਹੀਦੀ ਸਮਾਰਕ ਤੱਕ ਕੱਢੀ ਗਈ ਇਸ ਰੈਲੀ ਦੇ ਵਿੱਚ ਅਣਗਿਣਤ ਗਿਣਤੀ ਦੇ ਵਿੱਚ ਬੀਜੇਪੀ ਵਰਕਰ ਸ਼ਾਮਲ ਹੋਏ। ਬੀਜੇਪੀ ਫਤਿਆਬਾਦ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦਾ ਕਹਿਣਾ ਹੈ ਕਿ 1 ਅਗਸਤ ਤੋਂ 15 ਅਗਸਤ ਤੱਕ ਪੂਰੇ ਹਰਿਆਣੇ ਦੇ ਵਿੱਚ ਵਿਧਾਨ ਸਭਾਵਾਂ ਦੇ ਵਿੱਚ ਤਿਰੰਗਾ ਮਾਰਚ ਕੱਢਿਆ ਜਾਵੇਗਾ। भारतीय जनता पार्टी हरियाणा प्रदेश की तरफ से सभी जिलों में, सभी विधानसभा में ये तिरंगा यात्रा शहीदों के सम्मान में निकाली जा रही है और 1 तारीख से 15 तारीख तक ये पखवाड़ा मनाया जा रहा है शहीदों के सम्मान के लिए। ये हर विधानसभा में ये यात्रा निकाली जाएगी। आज 2.5 किलोमीटर का हमने एरिया निकाला था मंडी से लेकर के ये शहीद स्मारक पर, वहाँ शहीद उधम सिंह जी के मूर्ति पे माल्यार्पण करके फिर डॉक्टर भीमराव अम्बेडकर जी के मूर्ति पे। ਫਿਲਹਾਲ ਮੇਰੇ ਨਾਲ ਬੁਲੇਟਿਨ ਵਿੱਚ ਇੰਨਾ ਹੀ ਤੇ ਤੁਸੀਂ ਨਜ਼ਰ ਮਾਰੋ ਅੱਜ ਦੀਆਂ 10 ਵੱਡੀਆਂ ਸੁਰਖੀਆਂ ਤੇ। ਧੰਨਵਾਦ। ਭਾਰਤੀ ਮਹਿਲਾ ਹਾਕੀ ਟੀਮ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਹੌਸਲਾ ਅਫਜ਼ਾਈ। ਪੀਐਮ ਮੋਦੀ ਨੇ ਕਿਹਾ ਕਿ ਟੀਮ ਨੇ ਹਾਕੀ ਨੂੰ ਭਾਰਤ 'ਚ ਮੁੜ ਸੁਰਜੀਤ ਕੀਤਾ। ਹਰ ਰੋਜ਼ 200 ਕਿਸਾਨਾਂ ਦਾ ਜੱਥਾ ਕਿਸਾਨ ਸੰਸਦ ਲਈ ਹੁੰਦਾ ਰਵਾਨਾ। ਜਦੋਂ ਤੋਂ